जपियो दिन अर्जन देव गुरु, जपियो दिन अर्जन देव गुरु। ज्ञान मनुखी जीवन ਨੂੰ ਸੰਵਾਰਦਾ ਹੈ। ਗਿਆਨ ਮਨੁੱਖੀ ਜੀਵਨ ਨੂੰ ਨਿਖਾਰਦਾ ਹੈ। ਗਿਆਨ ਮਨੁੱਖੀ ਜੀਵਨ ਦੇ ਅੰਧਕਾਰ ਨੂੰ ਇੱਕ ਚਿਰਾਗ ਦੇ ਵਾਂਗ ਰੌਸ਼ਨ ਕਰ ਦਿੰਦਾ ਹੈ। मकान ओहो सुहावन है, मकान ओहो सुंदर है, जिस विच अंधेरा ना हो। अंधेरे विच ते सुंदर ते सोहने मकानां विच भी लोगां नूं डर लगदा है। अंधेरे विच बच्चे अपने कमरे विच नहीं जांदे कि अंधेरा है। जीवन भी वो सुहावन है, जीवन भी वो सफल है, जिस विच ज्ञान की रोशनी लट लट करके बलदी होवे। ज्ञान मनुखी जीवन का वो रहनुमा है जो मनुख नूं आत्मिक मंजिल ते पहुंचा दिंदा है। पर बहुत वारी दुनिया का ज्ञान मनुख नूं बहुत नीचे ले जाता है। अज दे युग विच नहीं, हमेशा जदों भी किसी ने दुनिया का ज्ञान, दुनिया की विद्या ज्यादा प्राप्त कर लई, वो उल्टा अंधेरे विच ठोकरां खाण लग पिया। ते कई वारी ठेडे लगदियां ठोकरां लगदियां आदमी डिग भी पैंदा है ते डिगदियां कई वारी चोटां भी लग जांदियां हन। ये दरवाजा बाहरला बंद कर दो, बाहरों आवाज आती है। ख्याल रखो। बेनती जो कर रहे सां, डिगदे हां ते चोटां लगदियां हन। दुनिया विच ज्ञानवान भी तुसां डिगदे देखे हन। ज्ञानवानां नूं भी ठोकरां ते चोटां लगदियां आप जी ने देखियां हन। इसलिए दुनिया के ज्ञान द्वारा मनुख नूं इस दुनिया का चानण तां प्राप्त हो जाता है, पर मन विच अंधकार रहिंदा है। बेनी पंडित उन्हां लोकां विचों ही सन जो विद्वान जरूर सन, पर उन्हां अभिमानी भी सन। जित अज भी है, जित दी गल कल भी सी। उदों होर तरीके सन, अज होर तरीके हैं। बेनी पंडित तां कुछ पुस्तकां दियां बैल गाड़ियां लद के नाल भी लई फिरदा सी। जिथे जांदा लोगां नूं ओह पुस्तकां दिखांदा, मैं फिलाने विद्वान नूं जित्तिया ते ऐ ओहदियां किताबां हन। राजे जदों दूसरे मुल्कां ते हमला करके जितदे ने, उथों दा सामान लुटदे ने। अणगिणत चीजां अज भी भारत दियां, पंजाब दियां, सिख राज दियां इस मुल्क विच मिलदियां हन। राजियां दा तां भला ये कर्म है, अपनियां फौजां दे नाल ओ लोगां नूं जितदे ने,
पर जे कोई ज्ञानवान होके भी इस तरह दूसरियां दियां किताबां खो लवे, दूसरियां दियां लाइब्रेरियां लुट लवे, फिर ਉਹਦੇ ਤੇ ਰਾਜੇ ਵਿੱਚ ਕੀ ਫਰਕ ਹੋਇਆ? ਕਹਾਂਗੇ ਕੁਛ ਵੀ ਨਹੀਂ। ਬੇਨੀ ਪੰਡਿਤ ਕੁਝ ਇਸੇ ਤਰ੍ਹਾਂ ਦਾ ਵਰਤਾਓ ਕਰਦੇ ਸਨ, ਪਰ ਗੁਰੂ ਅਮਰਦਾਸ ਜੀ ਨੇ ਸਮਝਾ ਦਿੱਤਾ, ਤੇਰੇ ਅੰਦਰ ਚਾਨਣ ਕੋਈ ਨਹੀਂ, ਰੌਸ਼ਨੀ ਕੋਈ ਨਹੀਂ, ਲੋਕਾਂ ਦੇ ਵਾਂਗ ਤੂੰ ਵੀ ਅੰਧੇਰੇ ਵਿੱਚ ਹੱਥ ਮਾਰੀ ਜਾਣਾ, ਤੂੰ ਵੀ ਭਰਮੀ ਜਾ ਰਿਹਾ ਹੈ, ਤੂੰ ਵੀ ਭਟਕੀ ਜਾ ਰਿਹਾ ਹੈ। ਜਦੋਂ ਉਸ ਨੂੰ ਸਹੀ ਗਿਆਨ ਪ੍ਰਾਪਤ ਹੋਇਆ ਤੇ ਉਹਨੇ ਲੁੱਟ ਦਾ ਮਾਲ ਬਿਆਸਾ ਵਿੱਚ ਰੋੜਨ ਦੀ ਕੋਸ਼ਿਸ਼ ਕੀਤੀ। ਹਜ਼ੂਰ ਕਹਿਣ ਲੱਗੇ, ਪੁਸਤਕਾਂ ਰੋੜਨ ਨਾਲ ਕੁਝ ਨਹੀਂ ਬਣਨਾ। ਇਹ ਜਿੱਤੀਆਂ ਹੋਈਆਂ ਕਿਤਾਬਾਂ ਤੇ ਆਪਣੀ ਲਾਇਬ੍ਰੇਰੀ ਦੀਆਂ ਕਿਤਾਬਾਂ, ਆਪਣਾ ਪੁਸਤਕਾਲਾ ਰੋੜਿਆ ਤਾਂ ਕੁਝ ਨਹੀਂ ਭਲਾ ਹੋਵੇਗਾ। ਜੇ ਰੋੜਨਾ ਹੀ ਹੈ ਬਿਆਸਾ ਵਿੱਚ ਤੇ ਆਪਣਾ ਅਭਿਮਾਨ ਰੋੜ ਦੇ, ਆਪਣਾ ਦੁਨੀਆ ਦਾ ਗਿਆਨ ਰੋੜ ਦੇ, ਆਪਣਾ ਅਹੰਕਾਰ ਰੋੜ ਦੇ, ਫਿਰ ਦੇਖ ਤੇਰੇ ਅੰਦਰ ਚਾਨਣ ਹੁੰਦਾ ਹੈ ਕਿ ਨਹੀਂ। ਬ੍ਰਹਮਦਾਸ ਖੋਟੜਾ ਵੀ ਇਸੇ ਤਰ੍ਹਾਂ ਦਾ ਸੀ, ਗਿਆਨਵਾਨ ਸੀ, ਬੜਾ ਪੜ੍ਹਿਆ ਲਿਖਿਆ। ਅੱਜ ਕੱਲ ਪਰਿਵਾਰਕ ਜੀਵਨ ਵਿੱਚ ਨੂੰਹਾਂ ਤੇ ਸੱਸਾਂ ਦੀ ਕਿਉਂ ਨਹੀਂ ਬਣਦੀ? ਕਿਉਂਕਿ ਪੁਰਾਣੀਆਂ ਬਜ਼ੁਰਗ ਅਜੇ ਸੱਸਾਂ ਹਨ, ਉਹ ਬਹੁਤੀਆਂ ਪੜ੍ਹੀਆਂ ਲਿਖੀਆਂ ਨਹੀਂ, ਬੱਚੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਹੁੰਦੀਆਂ ਨੇ, ਤੇ ਫਿਰ ਉਹ ਇਹ ਗੱਲ ਬਰਦਾਸ਼ਤ ਹੀ ਨਹੀਂ ਕਰਦੀਆਂ ਵੀ ਇਹ ਅਨਪੜ੍ਹ ਬਜ਼ੁਰਗ ਸਾਨੂੰ ਕੁਝ ਕਹਿ ਦੇਵੇ। ਪਰ ਜੀਵਨ ਦਾ ਤਜਰਬਾ ਵੱਡਾ ਹੁੰਦਾ ਹੈ, ਜ਼ਿੰਦਗੀ ਦੀ ਘਾਲਣਾ ਵੱਡੀ ਹੁੰਦੀ ਹੈ, ਜੀਵਨ ਦੀ ਸਾਧਨਾ ਵੱਡੀ ਹੁੰਦੀ ਹੈ। ਗਿਆਨ ਵੀ ਉਹ ਸਫਲਾ ਜਿਸ ਵਿੱਚ ਨਾਲ ਘਾਲਣਾ ਹੋਵੇ, ਸਾਧਨਾ ਹੋਵੇ। ਸਤਿਗੁਰੂ ਜੀ ਨੇ ਫਰਮਾਇਆ, ਪੜ ਪੜ ਗੱਡੀ ਲੱਦੀ ਇਹ, ਪੜ ਪੜ ਭਰੀ ਇਹ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਵਾਰਾਸਾ ਮਹੱਲਾ ਪਹਿਲਾ। ਪੜੀ ਚੱਲੋ, ਸਾਰੀ ਉਮਰ ਪੜੀ ਚੱਲੋ, ਪੜ੍ਹਾਈ ਕਿਤੇ ਮੁੱਕਦੀ ਹੈ। ਜਿਨ੍ਹਾਂ ਨੇ ਪੜ੍ਹਨਾ ਹੈ, ਜਿਨ੍ਹਾਂ ਨੇ ਮਿਹਨਤ ਕਰਨੀ ਹੈ, ਉਹਨਾਂ ਵਾਸਤੇ ਪੜ੍ਹਾਈ ਦਾ ਅੰਤ ਨਹੀਂ ਹੈ, ਉਹ ਪੜ੍ਹੀ ਜਾਂਦੇ ਨੇ। ਦੁਨੀਆ ਦੀਆਂ 18,000 ਭਾਸ਼ਾਵਾਂ ਨੇ, 18,000 ਭਾਸ਼ਾਵਾਂ ਵਿੱਚ ਧਰਮ ਪੁਸਤਕ ਲਿਖੇ ਮਿਲਦੇ ਨੇ, ਪੜ੍ਹੀ ਚੱਲੋ। ਕਿਤਨਾ ਕੁ ਪੜ੍ਹੋਗੇ? ਭਾਰਤ ਦੇ ਸਫਲ ਪ੍ਰੈਜ਼ੀਡੈਂਟ ਡਾਕਟਰ ਰਾਧਾ ਕ੍ਰਿਸ਼ਨਨ, ਜਿਨ੍ਹਾਂ ਨੇ ਸਿੱਖ ਧਰਮ ਦੇ ਸੰਬੰਧ ਵਿੱਚ ਬਹੁਤ ਕੁਝ ਲਿਖਿਆ ਹੈ, ਇਹ ਮਹਾਨ ਫਿਲਾਸਫਰ ਜਿਸ ਵੇਲੇ ਰਿਟਾਇਰ ਹੋ ਕੇ ਮਦਰਾਸ ਆਪਣੇ ਨਿਵਾਸ ਸਥਾਨ ਤੇ ਜਾਣ ਲੱਗੇ ਤੇ 2 ਟ੍ਰੇਨਾਂ ਕਿਤਾਬਾਂ ਦੀਆਂ ਪਹਿਲਾਂ ਪਹੁੰਚਾਈਆਂ ਗਈਆਂ। ਏਡੀ ਵੱਡੀ ਲਾਇਬ੍ਰੇਰੀ, ਏਡਾ ਵੱਡਾ ਵਿਦਵਾਨ, ਤਾਂ ਬੇਨਤੀ ਕਰ ਰਹੇ ਹਜ਼ੂਰ ਫਰਮਾਉਂਦੇ ਨੇ, ਲੱਗੀ ਜਾਓ, ਪੜ੍ਹੀ ਜਾਓ, ਪਰ ਇਸ ਗਿਆਨ ਨੇ ਤੁਹਾਨੂੰ ਨਹੀਂ ਸੰਵਾਰਨਾ। ਇਸ ਗਿਆਨ ਦੁਆਰਾ ਤੁਹਾਡੇ ਅੰਦਰ ਹਉਮੈ ਪੈਦਾ ਹੋ ਜਾਵੇਗੀ, ਮੇਰੀਆਂ ਇੰਨੀਆਂ ਡਿਗਰੀਆਂ, ਮੈਂ ਇੰਨਾ ਪੜ੍ਹਿਆ ਲਿਖਿਆ ਹਾਂ, ਇਸ ਲਈ ਦੁਨੀਆ ਦੇ ਗਿਆਨ ਨਾਲ ਅੰਧੇਰੇ ਵਿੱਚ ਠੋਕਰਾਂ ਖਾਓਗੇ, ਠੇਡੇ ਖਾਓਗੇ, ਤੇ ਕਈ ਵਾਰੀ ਹੋ ਸਕਦਾ ਹੈ ਚੋਟਾਂ ਦਾ ਵੀ ਸਾਹਮਣਾ ਕਰਨਾ ਪਵੇ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਵਿਚਾਰ ਨੂੰ ਸਾਨੂੰ ਸਮਝਾਉਂਦੇ ਨੇ। ਮਾਤਾ ਗੰਗਾ ਜੀ ਨੂੰ ਮੁਖਾਤਬ ਕਰਕੇ ਸਾਰੀ ਮਨੁੱਖਤਾ ਨੂੰ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਇਹ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਤੋ ਸੰਗਤ ਵਿੱਚ ਕੁਝ ਵਿਦਵਾਨ ਵੀ ਬੈਠੇ ਨੇ, ਕੁਝ ਵਿਚਾਰਵਾਨ ਵੀ ਬੈਠੇ ਨੇ। ਸੰਗਤ ਵਿੱਚ ਹਰ ਪ੍ਰਕਾਰ ਦੀ ਸੰਗਤ ਹੁੰਦੀ ਹੈ। ਕੁਝ ਗੂੜ ਗਿਆਨ ਸੁਣਨਾ ਪਸੰਦ ਕਰਦੇ ਨੇ, ਕੁਝ ਉੱਪਰਲਾ ਗਿਆਨ ਪਸੰਦ ਕਰਦੇ ਨੇ, ਕੁਝ ਉੱਪਰੋਂ ਦੀਆਂ ਬਾਤਾਂ ਸੁਣ ਕੇ ਖੁਸ਼ ਹੋ ਜਾਂਦੇ ਨੇ। ਸੰਗਤ ਵਿੱਚ ਮੌਜੂਦ ਬੈਠੇ ਨੇ ਕੁਝ ਗਿਆਨ ਵਾਲੇ, ਕੁਝ ਧਿਆਨ ਵਾਲੇ। ਤਾਂ ਸਤਿਗੁਰੂ ਜੀ ਉਹਨਾਂ ਨੂੰ ਸੰਬੋਧਨ ਕਰਕੇ ਸਮਝਾਉਂਦਿਆਂ ਇਸ ਪਾਵਨ ਬਾਣੀ ਦੇ ਇਸ ਸ਼ਲੋਕ ਦੁਆਰਾ ਇੰਜ ਫਰਮਾਉਂਦੇ ਹਨ। ਸੁਣੀਏ ਸਤਿਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦਾਂ ਵਿੱਚ। ਹਾਂਜੀ, ਸ਼ਲੋਕ
ਅਨਕ ਭੇਖ ਔਨ ਗਿਆਨ ਧਿਆਨ। ਸਲੋਕ ਇੱਕ ਛੰਦ ਦਾ ਨਾਮ ਹੈ। ਅਨਕ ਭੇਖ, ਅਨੇਕਾਂ ਭੇਖ ਹਨ। ਆ ਤੁਸਾਂ ਇੱਥੇ ਨਹੀਂ ਦੇਖਿਆ ਜਦੋਂ ਮਹਾਂਪੁਰਸ਼ਾਂ ਦੇ ਨਾਮ ਤੇ ਲੋਕ ਤਲੀ ਤੇ ਸਿਰ ਰੱਖੀ ਖਲੋਤੇ ਸਨ, ਕਿਤਨੇ ਲੋਕ ਉਹਨਾਂ ਦੇ ਨਾਮ ਦਾ ਉੱਚੀ ਉੱਚੀ ਵਖਿਆਨ ਕਰਦੇ ਸਨ, ਉੱਚੀ ਉੱਚੀ ਨਾਮ ਲੈਂਦੇ ਸਨ, ਕੋਸ਼ਿਸ਼ ਕਰਦੇ ਸਨ ਵੀ ਅਸੀਂ ਉਹਨਾਂ ਦੇ ਸਭ ਤੋਂ ਨੇੜੇ ਹਾਂ, ਅਸੀਂ ਬਿਲਕੁਲ ਉਹਨਾਂ ਦੇ ਆਪਣੇ ਹਾਂ। ਪਰ ਜਦੋਂ ਉਹਨਾਂ ਨੇ ਦੇਖਿਆ ਹੁਣ ਸਮਾਂ ਲੰਘ ਗਿਆ ਹੈ, ਹੁਣ ਉਹ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ। ਮਹਾਂਪੁਰਖ ਤੇ ਉਹ ਹੈ, ਕਾਲਣਾ ਉਹ ਹੈ, ਕਮਾਈ ਉਹ ਹੈ, ਸਾਧਨਾ ਉਹ ਹੈ, ਕੁਰਬਾਨੀ ਉਹ ਹੈ, ਸੇਵਾ ਉਹ ਹੈ। ਪਰ ਇਹਨਾਂ ਨੂੰ ਸਿਆਸੀ ਭੇਖੀ ਕਹਿੰਦੇ ਨੇ। ਭੇਖ ਸਿਰਫ ਧਾਰਮਿਕ ਲੋਕ ਨਹੀਂ ਕਰਦੇ। ਧਾਰਮਿਕ ਲੋਕ ਤਾਂ ਅਸਲ ਵਿੱਚ ਭੇਖ ਕਰਦੇ ਹੀ। ਜਿਨ੍ਹਾਂ ਲੋਕਾਂ ਦੇ ਅੰਦਰ ਰਾਜਨੀਤੀ ਦਾ ਅੰਗ ਪ੍ਰਧਾਨ ਹੁੰਦਾ ਹੈ, ਉਹ ਭੇਖ ਬਣਾਉਂਦੇ ਨੇ, ਉਹ ਭੇਖ ਬਣਾ ਲੈਂਦੇ। ਇੱਕ ਥਾਂ ਤੇ ਕਿਸੇ ਬਸੱਜਣ ਨੇ ਆਖਿਆ ਬਈ ਮੈਂ ਭਾਵੇਂ ਅੰਮ੍ਰਿਤ ਨਹੀਂ ਪਾਨ ਕੀਤਾ, ਜੇ ਮੈਨੂੰ ਪ੍ਰਧਾਨ ਬਣਾ ਦਿਓ ਤੇ ਮੈਂ ਅੰਮ੍ਰਿਤ ਪਾਨ ਕਰ ਲੈਂਦਾ ਹਾਂ। ਨੌਜਵਾਨਾਂ ਨੇ ਕਿਹਾ ਭਲਾ ਜੀ ਤੁਸੀਂ ਹਟ ਗਏ ਤਾਂ ਫਿਰ ਅੰਮ੍ਰਿਤ ਵੀ ਛੱਡ ਦਿਓਗੇ। जिन्हें गुरु का अमृत पान करना है उन्हें ते अपना जन्म संवार ली करना है। ये ते गुरु दी सेवा है। जो गुरु संगत सेवा बख्शे जिथे बैठा वे समझ है। पर ये रजोगुण का प्रभाव है कि मैनू ये कुछ प्राप्त हो जाए बस मैं इंज बदल जावांगा। धार्मिक आदमी तो बदलते ही नहीं। सवाल ही नहीं धार्मिक लोग इधर तो उधर हो जाए। एक इंच क्या एक बचन मात्र भी वो बदल दे तब्दील नहीं होंगे, क्योंकि धर्म बदलती है। धर्म बदलता नहीं, धर्म में तब्दीलियां नहीं आउंदियां। भले कई बारी कुछ साडे लोग भी कहन लग पैंदे ने कि थोड़ा जिहा मॉडर्न धर्म बना देना चाहिए। आ मॉडर्न तां तुसां बना दिता है। ਜਦੋਂ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਕੋਈ ਚੌਂਕੀਆਂ ਡਾਈਆਂ ਸਨ, ਕੋਈ ਟੇਬਲ ਰੱਖੇ ਸਨ। ਜਦੋਂ ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਅਕਬਰ ਨੇ ਪ੍ਰਸ਼ਾਦ ਛਕਿਆ, ਕੋਈ ਕੁਰਸੀਆਂ ਢਾ ਦਿੱਤੀਆਂ ਵੀ ਬਾਦਸ਼ਾਹ ਆਇਆ। ਰਾਜੇ ਜਦੋਂ ਲੰਗਰ ਛਕਦੇ ਸਨ ਨਾਲ ਸੰਗਤ ਦੇ ਪੰਗਤ ਵਿੱਚ ਬੈਠ ਕੇ ਛਕਦੇ ਸਨ। पर हुण तां कई बारी लोग इसे विच महानता समझते ने, हमने कुर्सियां टेबल ढहा के छड्डने ने। या लाखो कल अर्ज की से मैं गुरु अमरदास जी दे गुरुद्वारे भी मैनू नहीं पता इत्थे तुसी लंगर टेबलां ते कुर्सियां ते छकदे हो जां पंगत हेठां नीचे बैठ के छकदे हो। पर तुसी महापुरखों की अगवाई विच संत समागम सम्मेलन करवा रहे हो, कुर्सियां चुक दोगे तो समझांगे कि मनो संत समागम किया, ते जे ना चुकियां तो समझांगे भी एवं उपरों उपरों ही। या लाखो पैंचां दा क्या सिर मथे, पर नाला असी उथे दा उथे रखने। हाँ तां बेनती कर रहे सां, विचार कर रहे सां, धार्मिक लोग नहीं कदे बदलते। जो जुबान तो निकल गया निकल गया। हाथी दे जेड़े दंद बाहर निकल जाते ने कदे अंदर हुंदे ने। सवाल ही नहीं। अमेरिका में 60% लोगों के नकली प्लास्टिक के दंद लगे हुए हैं, मगर हाथी के दंद नहीं वो कढ़ सकते। वो हाथी का दंद अंदर रहिंदा है। सियाणियां ने प्रमाण मिसाल दिती है। इवें महापुरुष की रचना तो धर्मी की रचना तो जेड़ा बच्चा निकल गया कदे वापस न होया। फौजां दे घेरे होण जां तोपां दी गड़गड़ाहट होवे, सामने मौत अपना तांडव करती होवे, आगो गुलाशदी होवे, महापुरुष ने जेड़ा बचन कीता ओहदे ते पूरा पूरा अमल कीता है। पर लोग हुण बदल ले जाते हैं। जेड़े उन्हां दी जय जय पुकार करते सन हुण चुप जे रहिंदे, जिवें नाम लैंदियां किते मूंह दुखदा होवे। ते लाखो सिर्फ धार्मिक आदमियां नूं तां भेख दी लोड़ नहीं। महान शेक्सपीयर ने एक गल कही सी, सच तां सच है, उन्होंने कोई रंग रूप देने की लोड़ नहीं। इस वास्ते
ਭੇਖ ਕਰਦੇ ਨੇ ਜਿਹੜੇ ਲੋਕ ਅੰਦਰੋਂ ਕਮਜ਼ੋਰ ਹੁੰਦੇ ਹਨ। ਉਹ ਭੇਖ ਦੁਆਰਾ ਅਸਲੀਅਤ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਬੇਨਤੀ ਕਰ ਰਹੇ ਸਾਂ, ਮੇਕਅਪ ਉਹ ਲੋਕ ਕਰਦੇ ਨੇ ਜਿਹੜੇ ਸਮਝਣ ਕੁਦਰਤ ਨੇ ਸਾਨੂੰ ਘੱਟ ਸੁੰਦਰਤਾ ਦਿੱਤੀ ਹੈ ਤੇ ਉਹ ਆਪਣੀ ਕਰੂਪਤਾ ਨੂੰ ਆਪਣੇ ਖਿਆਲ ਮੁਤਾਬਿਕ ਵਾਹਿਗੁਰੂ ਨੇ ਤੇ ਜੋ ਕੁਝ ਵੀ ਕਿਸੇ ਨੂੰ ਬਣਾਇਆ ਸੋਹਣੇ ਤੋਂ ਸੋਹਣਾ ਬਣਾਇਆ। ਪਰ ਜਿਨ੍ਹਾਂ ਜਿਹੜੇ ਸਮਝਦੇ ਨੇ ਕੁਦਰਤ ਨੇ ਬਹੁਤ ਕੁਝ ਦੇ ਦਿੱਤਾ ਹੈ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਜਿਹੜੇ ਸਚਿਆਰ ਨੇ, ਜਿਹੜੇ ਧਰਮੀ ਨੇ, ਜਿਹੜੇ ਗਿਆਨਵਾਨ ਨੇ, ਉਹਨਾਂ ਨੂੰ ਭੇਖ ਕਰਨ ਦੀ ਲੋੜ ਨਹੀਂ। ਗੁਰੂ ਰਾਮਦਾਸ ਜੀ ਨੇ ਫਰਮਾਇਆ ਸੀ, ਭੇਖੀ ਜਨੋ ਕਰ ਭੇਖ ਨ ਪਾਈਐ, ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ, ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ। ਕਾਨੜਾ ਮਹੱਲਾ ਚੌਥਾ ਪੜਤਾਲ। ਪਿਆਰ ਨਾਲ ਖੋਲ। ਭੇਖਾਂ ਕਰਕੇ ਉਹਨੂੰ ਨਹੀਂ ਪ੍ਰਾਪਤ ਕੀਤਾ ਜਾਂਦਾ। ਭੇਖੀ ਪ੍ਰਭੂ ਨ ਲੱਭਈ, ਵਿਣ ਸੱਚੀ ਸਿੱਖੰ, ਮਾਰੂ ਕੀ ਵਾਰ ਡਖਣੇ ਮਹੱਲਾ ਪੰਜਵਾਂ ਦੂਜੀ ਵਾਰ। ਭੇਖਾਂ ਨਾਲ ਉਹ ਨਹੀਂ ਮਿਲਦਾ, ਉਹ ਮਿਲਦਾ ਹੈ ਮਨ ਦੀ ਭਾਵਨਾ ਨਾਲ। ਤਾਂ ਤੇ ਅਨਕ ਭੇਖ, ਅਨੇਕਾਂ ਭੇਖ ਕਰ ਕਰਕੇ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸਾਨੂੰ ਇੱਕ ਮਿਸਾਲ ਪੜ੍ਹਾਉਂਦੇ ਸਨ। ਦੁਨੀਆ ਵਿੱਚ ਦੋ ਤਰੀਕਿਆਂ ਨਾਲ ਸਨਮਾਨ ਪ੍ਰਾਪਤ ਹੁੰਦਾ ਹੈ। ਜਾਂ ਤਾਂ ਕੋਈ ਧਨਵਾਨ ਹੋਵੇ, ਸ਼ਕਤੀਵਾਨ ਹੋਵੇ, ਰਾਜ ਭਾਗ ਦਾ ਮਾਲਕ ਹੋਵੇ, ਤੇ ਜਾਂ ਗੁਣਵਾਨ ਹੋਵੇ। ਗੁਣਾ ਦਾ ਸਨਮਾਨ ਹੋਵੇਗਾ। ਜਿੱਥੇ ਵੀ ਚਲੇ ਜਾਓ ਗੁਣੀ ਦਾ ਸਨਮਾਨ ਹੋਵੇਗਾ। ਇਸੇ ਲਈ ਸਿਆਣੇ ਨੇ ਕਿਹਾ ਸੀ, ਪੂਜਿਤ ਗੁਣੀ ਸਮਗਰ। ਗੁਣਵਾਨ ਨੂੰ ਸਾਰੇ ਸਤਿਕਾਰ ਦੇ, ਸਾਰੇ ਪਿਆਰ ਦੇ। ਆਪਣਾ ਇਲਾਕਾ, ਆਪਣਾਪਨ, ਆਪਣੇ ਲੋਕ ਥੋੜੀ ਦੇਰ ਲਈ ਜ਼ਰੂਰ ਹਵਾ ਦਿੰਦੇ, ਜ਼ਰੂਰ ਉਠਾਉਂਦੇ ਨੇ, ਬਈ ਸਾਡਾ ਹੈ, ਸਾਡੇ ਇਲਾਕੇ ਦਾ ਹੈ, ਜ਼ਰੂਰ ਚੁੱਕਦੇ ਨੇ, ਮਗਰ ਬਹੁਤਾ ਲੰਬਾ ਸਮਾਂ ਨਹੀਂ। ਕਿਉਂਕਿ ਜਦੋਂ ਗੁਣ ਹੀ ਪੱਲੇ ਨਹੀਂ ਹੋਵੇਗਾ, ਅਸੀਂ ਕਿਸੇ ਨੂੰ ਕਿੰਨਾ ਕੁ ਚੁੱਕਾਂਗੇ। ਪਿਆਰ ਨਾਲ ਖੋਲ। ਗੁਣ ਜਦੋਂ ਕੋਈ ਗੁਣੀ ਹੋਵੇਗੀ ਨਾ। ਝਾਂਸੀ ਇੱਕ ਵਾਰੀ ਕੀਰਤਨ ਦਰਬਾਰ ਹੋ ਰਿਹਾ ਸੀ। ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਆ ਟਕਸਾਲ ਦੀ ਸੇਵਾ ਤੇ ਮਹਾਂਪੁਰਸ਼ ਹੋਏ ਨੇ। ਬੜੀ ਸਤਿਕਾਰਯੋਗ ਸ਼ਖਸੀਅਤ ਸਨ ਆਪਣੇ ਸਮੇਂ ਵਿੱਚ। ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਪਰਮਪਾਲ ਸਿੰਘ ਜੀ, ਉਹ ਮਸਤ ਬਿਰਤੀ ਦੇ ਫਕੀਰ ਹਨ। ਬੜਾ ਸਨੇਹ ਕਰਦੇ ਨੇ। ਬੁਲਾਇਆ ਤੇ ਉਦੋਂ ਮੈਂ ਪਹਿਲੀ ਵਾਰੀ ਗਿਆ। ਕਹਿਣ ਲੱਗੇ, ਕੀਰਤਨ ਦਰਬਾਰ ਹੋਣਾ ਹੈ ਤੇ ਕੀਰਤਨ ਦਾ ਪਹਿਲਾ ਦੂਸਰਾ ਨੰਬਰ ਜਿਹੜਾ ਇਹਦਾ ਫੈਸਲਾ ਤੂੰ ਕਰਨਾ ਹੈ। ਮੈਂ ਕਿਹਾ ਜੀ ਮੈਂ ਤਾਂ ਸੰਗੀਤਕਾਰ ਕੋਈ ਨਹੀਂ ਹੈ। ਅਖੇ ਨਹੀਂ, ਚੱਲ ਸੁਣਦਾ ਤੇ ਹੈ ਨਾ। ਚੱਲ ਨਾ ਖੋਸ। ਮੈਂ ਕਿਹਾ ਆਪ ਜੀ ਦੀ ਮਰਜ਼ੀ। ਇਹ ਦੋ ਸਿੰਘ ਉਹਨਾਂ ਨੇ ਨਾਲ ਹੋਰ ਬਿਠਾ ਦਿੱਤੇ। ਜਿਸ ਵੇਲੇ ਬੈਠੇ ਵੈਸੇ ਹੀ ਕੀਰਤਨ ਸੁਣਨਾ ਸੀ। ਤੋ ਕੀਰਤਨ ਜਦੋਂ ਸ਼ੁਰੂ ਹੋਇਆ ਤਾਂ ਉਸ ਵੇਲੇ ਜਿਹੜੇ ਨਾਲ ਦੂਸਰੇ ਦੋ ਹੋਰ ਸੱਜਣ ਉਹਨਾਂ ਨੇ ਉੱਥੋਂ ਦੇ ਰੱਖੇ ਸਨ, ਉਹ ਕਹਿਣ ਲੱਗੇ, ਦੇਖੋ ਜੀ ਸਾਨੂੰ ਰਾਗ ਰੂਪ ਤਾਂ ਕੋਈ ਨਹੀਂ ਆਉਂਦਾ, ਸਾਨੂੰ ਕੋਈ ਸਮਝ ਤਾਂ ਹੈ ਨਹੀਂ, ਪਰ ਅਸਾਂ ਫਲਾਣੇ ਰਾਗੀ ਨੂੰ ਪਹਿਲਾ ਨੰਬਰ ਦੇਣਾ। ਉਹਨੇ ਮਹਾਂਪੁਰਖਾਂ ਦੀ ਬੇਟੀ ਨੂੰ ਆਪਣੀ ਬੇਟੀ ਅਡਾਪਟ ਕੀਤਾ ਸੀ। ਉਹ ਚੱਕਰ ਸੀ ਵੀ ਚਲੋ ਇਹਨਾਂ ਦੀ ਸ਼ਖਸੀਅਤ ਦਾ ਅਸਰ ਵਰਤ ਕੇ ਕੋਈ ਫਾਇਦਾ ਉਠਾਇਆ ਜਾਵੇ। ਕਹਿਣ ਲੱਗੇ, ਪਹਿਲਾ ਨੰਬਰ ਅਸੀਂ ਇਹਨੂੰ ਦੇਣਾ। ਮੈਂ ਕਿਹਾ ਵੀ ਇਹ ਤੁਹਾਡੀ ਮਰਜ਼ੀ ਏ, ਮੈਨੂੰ ਜਿੰਨੀ ਕਿਸਮ ਦੇ, ਅਸੀਂ ਤਾਂ ਜਿਹੜਾ ਗੁਣੀ ਹੋਵੇਗਾ ਉਹਨੂੰ ਹੀ ਪਹਿਲਾ ਨੰਬਰ ਦਿਆਂਗੇ। ਭਾਈ ਸਰਮੁਖ ਸਿੰਘ ਜੀ, ਭਾਈ ਗੁਰਮੁਖ ਸਿੰਘ ਜੀ ਨਨਕਾਣਾ ਸਾਹਿਬ ਵਾਲਿਆਂ ਦੇ ਬੱਚੇ ਆਏ ਹੋਏ ਸਨ। ਭਾਈ ਜਗਤਾਰ ਸਿੰਘ ਜੀ ਰਾਗ ਅਸਾਂ ਰੱਖਿਆ ਸੀ ਬਸੰਤ, ਕਿਉਂਕਿ ਬਸੰਤ ਦਾ ਮੌਸਮ ਸੀ। ਹੁਣ ਉਹ ਜਿਹਨੂੰ ਪਹਿਲਾ ਨੰਬਰ ਦੇਣਾ ਚਾਹੁੰਦੇ ਸਨ, ਉਹਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਬਸੰਤ ਕੀ ਹੁੰਦਾ ਹੈ, ਕਿਦਾਰਾ ਕੀ ਹੁੰਦਾ ਹੈ, ਆਸਾ ਕੀ ਹੁੰਦਾ ਹੈ। ਕਹਿੰਦਾ ਖੋਸ। ਉਹ ਕਹਿਣ ਲੱਗਾ, ਜੀ ਸਾਰੇ ਰਲ ਕੇ ਕੀਰਤਨ ਕਰੋ। ਮੈਂ ਅਰਜ਼ ਕੀਤੀ, ਬਈ ਇੱਥੇ ਤਾਂ ਰਾਗ ਹੈ ਦਾ ਕੀਰਤਨ ਦਰਬਾਰ ਦਾ ਮਤਲਬ ਹੈ ਰਾਗ ਹੈ, ਰਾਗ ਸੁਣਾਓ, ਬਸੰਤ ਰਾਗ ਹੈ। ਉਹਨੇ ਸਿੱਧਾ ਸ਼ਬਦ ਪੜ੍ਹ ਦਿੱਤਾ। तो उन्होंने जिस वेले भाई साहब के बच्चों ने ननकाना साहब वाले पुराने घराने जिवें हुण तुसीं सुन रहे हो कीर्तन, ये गुण है, ये कला है।
और ਇਹਦੇ ਲਈ ਮਿਹਨਤ ਤੇ ਫਿਰ ਵਾਹਿਗੁਰੂ ਦੀ ਬਖਸ਼ਿਸ਼, ਮਿਹਨਤ ਵੀ ਕਾਫੀ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਤਾਂ ਮਿਹਨਤ ਪ੍ਰਵਾਨ ਹੁੰਦੀ ਹੈ। ਤੋਂ ਨਾ ਜਦੋਂ ਬਸੰਤ ਰਾਗ ਪੜਿਆ, ਉਹ ਬਸੰਤ ਆਪਣੇ ਤਰੀਕੇ ਦਾ ਗਾਉਂਦੇ ਸਨ। ਮੈਂ ਕਿਹਾ ਵੀ ਦੇਖੋ, ਤੁਸੀਂ ਜਿਹਨੂੰ ਮਰਜ਼ੀ ਦੇ ਦਿਓ ਪਹਿਲਾ ਨੰਬਰ, ਮਗਰ ਪਹਿਲੇ ਨੰਬਰ ਦੇ ਤਾਂ ਹੱਕਦਾਰ ਇਹ ਨੇ। ਕਿਆ ਲੱਖੋ, ਪਰ ਉਹ ਵਿਚਾਰੇ ਕੁਝ ਕਹਿ ਵੀ ਨਹੀਂ ਸਨ ਸਕਦੇ, ਥੋੜਾ ਜਿਹਾ ਡਰਦੇ ਸਨ ਵੀ ਕੱਲ ਕਥਾ ਵਿੱਚ ਇਹਨੇ ਕਹਿ ਦੇਣਾ। ਕਿਆ ਲੱਖੋ ਤੋ ਬੇਨਤੀ ਕਰ ਰਹੇ ਸਾਂ, ਗੁਣੀ ਜਿਹੜਾ ਹੈ ਉਹ ਹਮੇਸ਼ਾ ਪੂਜਾ ਜਾਵੇਗਾ। ਤੁਸੀਂ ਆਪਣੇ ਨੂੰ, ਆਪਣੇ ਨਜ਼ਦੀਕੀ ਨੂੰ ਕਿਤਨੀ ਕੁ ਦੇਰ ਚੁੱਕੀ ਰੱਖੋਗੇ, ਕਿਤਨੀ ਕੁ ਦੇਰ ਤੱਕ ਹਵਾ ਦਿਓਗੇ। ਸਕੂਲ ਵਿੱਚ ਬੱਚੇ ਪੜ੍ਹਦੇ ਨੇ ਤੇ ਨਾਲ ਟੀਚਰ ਦਾ ਬੇਟਾ ਵੀ ਪੜ੍ਹਦਾ ਹੈ, ਕਿਤਨੀ ਕੁ ਵਾਰੀ ਉਹ ਪਾਸ ਕਰ ਦੇਵੇਗਾ ਆਪਣੇ ਨੰਬਰ ਦੇ ਕੇ। ਜਦੋਂ ਬੋਰਡ ਦੇ ਪੇਪਰ ਹੋਣੇ ਨੇ ਉਹਨੇ ਫੇਲ ਹੋ ਜਾਣਾ। ਕਿਆ ਲੱਖੋ, ਪਰ ਉੱਥੇ ਜਿਸ ਬੱਚੇ ਦੀ ਕਾਬਲੀਅਤ ਹੋਵੇਗੀ ਉਹ ਸਫਲ ਆਵੇਗਾ, ਉਹ ਸਫਲ ਹੋ ਜਾਵੇਗਾ। ਤੋ ਦੋ ਕਿਸਮਾਂ ਦੇ ਲੋਕਾਂ ਦਾ ਦੁਨੀਆ ਵਿੱਚ ਸਨਮਾਨ ਹੈ, ਜਿਹੜੇ ਧਨਵਾਨ ਨੇ ਜਾਂ ਰਾਜ ਸੱਤਾ ਵਿੱਚ ਹਨ, ਔਰ ਦੂਸਰੇ ਗੁਣਵਾਨ ਪੁਰਖ ਹਨ। ਉਹ ਜਿੱਥੇ ਜਾਣਗੇ ਉਹਨਾਂ ਦਾ ਸਨਮਾਨ ਹੋਵੇਗਾ, ਉਹਨਾਂ ਦੀ ਇੱਜ਼ਤ ਹੋਵੇਗੀ, ਉਹਨਾਂ ਦਾ ਮਾਨ ਵਧੇਗਾ। ਤਾਂ ਬੇਨਤੀ ਕੀਤੀ ਜਾ ਰਹੀ ਸੀ, ਇਸ ਸਾਧੂ ਨੇ ਸੋਚਿਆ ਵੀ ਆਪਣੇ ਪਾਸ ਗੁਣ ਤਾਂ ਕੋਈ ਹੈ ਨਹੀਂ ਤੇ ਕੰਮ ਕਿਵੇਂ ਚੱਲੇ। ਉਹਨੇ ਕੀ ਕੀਤਾ, ਇੱਕ ਥੈਲਾ ਸੀਤਾ, ਉਹਦੇ ਵਿੱਚ ਉਹਨੇ ਸੰਨਿਆਸੀਆਂ ਦੀ ਵੀ, ਵੈਰਾਗੀਆਂ ਦੀ ਵੀ, ਯੋਗੀਆਂ ਦੀ ਵੀ, ਸ਼ਿਵਾਂ ਦੇ, ਬ੍ਰਹਮਾ ਦੇ, ਵਿਸ਼ਨੂੰ ਦੇ, ਹਰ ਪ੍ਰਕਾਰ ਦੇ ਦੇਵਤਿਆਂ ਦਾ ਇੱਕ ਵੱਖਰਾ ਵੱਖਰਾ ਨਾਲ ਬੈਗ ਜਿਹਾ ਬਣਾ ਦਿੱਤਾ, ਲਗਾ ਦਿੱਤਾ। ਤੇ ਜਿਸ ਵੇਲੇ ਉਹ ਭਿੱਖਿਆ ਮੰਗਣ ਵਾਸਤੇ ਗਿਆ ਤੇ ਜਿਸ ਵੇਲੇ ਕੋਈ ਮਾਈ ਅੰਦਰੋਂ ਆਵੇ ਵੀ ਮੈਂ ਤੇ ਸ਼ਿਵਾਂ ਦੀ ਪੂਜਾ ਕਰਦੀ ਹਾਂ, ਉਹ ਸ਼ਿਵਾਂ ਦਾ ਬੈਗ ਅੱਗੇ ਕਰ ਦੇਵੇ ਵੀ ਮਾਤਾ ਇਹਦੇ ਚ ਪਾ ਦੇਵੇ। ਜੇ ਮਾਈ ਕਵੇ ਮੈਂ ਤਾਂ ਬਈ ਵੀਰ ਭਗਵਾਨ ਆਪਣਾ ਬ੍ਰਹਮ ਵੀਰ ਨੂੰ ਮੰਨਦੀਆਂ, ਉਹਦਾ ਥੈਲਾ ਅੱਗੇ ਕਰ ਦੇਵੇ ਵੀ ਇਹਦੇ ਚ ਪਾ ਦੇ। ਜੇ ਕੋਈ ਹਨੂਮਾਨ ਦਾ ਪੁਜਾਰੀ ਹੋਵੇ, ਉਹਦਾ ਦੇਵੀ ਦਾ ਪੁਜਾਰੀ ਹੋਵੇ ਤੇ ਉਹਦਾ ਕਰ ਦੇਵੇ। ਇਹਨੂੰ ਕਹਿੰਦੇ ਨੇ ਭੇਖ। ਪਰ ਹਜ਼ੂਰ ਫਰਮਾਉਂਦੇ ਹਨ, ਅਨੇਕ ਭੇਖ ਹਰ ਗਿਆਨ ਧਿਆਨ। ਅਨੇਕਾਂ ਪ੍ਰਕਾਰ ਦੇ ਭੇਖ ਧਾਰਨ ਕਰਕੇ, ਬਨਾਵਟ ਕਰਕੇ ਔਰ ਅਤੇ ਗਿਆਨ ਗੰਗੇ ਦੇ ਨਾਲ ਹੈ। ਅਰਥ ਉਹ ਹੀ ਹੈ ਗਿਆਨ ਦਾ। ਅਨੇਕਾਂ ਪ੍ਰਕਾਰ ਦਾ ਦੁਨੀਆ ਦਾ, ਸ਼ਾਸਤਰਾਂ ਦਾ, ਧਰਮ ਗ੍ਰੰਥਾਂ ਦਾ ਗਿਆਨ ਪ੍ਰਾਪਤ ਕਰਕੇ ਅਨੇਕ ਭੇਖ ਔਰ ਗਿਆਨ ਧਿਆਨ, ਅਨੇਕਾਂ ਪ੍ਰਕਾਰ ਦਾ ਧਿਆਨ ਲਗਾ ਕੇ ਅੱਗੇ ਪੜੋ। ਮਨ ਹੱਥ ਮਿਲਿਓ ਨਾ ਕੋਏ, ਫਿਰ ਮਨ ਦਾ ਹੱਥ ਕਰਕੇ ਕੋਈ ਵੀ ਵਾਹਿਗੁਰੂ ਨੂੰ ਨਹੀਂ ਮਿਲਿਆ। ਹੱਥ ਕਰਕੇ ਵਾਹਿਗੁਰੂ ਨਹੀਂ ਮਿਲਦਾ, ਹੱਥ ਕਰਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਦਾ ਹੱਥ ਕਰਕੇ ਕੋਈ ਵੀ ਮੇਰੇ ਵਾਹਿਗੁਰੂ ਜੀ ਨੂੰ ਨਹੀਂ ਮਿਲਿਆ, ਕਿਉਂਕਿ ਗਿਆਨ ਵਾਲੇ ਵੀ, ਵੇਖਾਂ ਵਾਲੇ ਵੀ, ਮਨ ਦੇ ਹੱਥ ਵਾਲੇ ਵੀ ਜਿਹੜੇ ਸਨ, ਅੰਦਰ ਉਹਨਾਂ ਦੇ ਅਹੰਕਾਰ ਸੀ, ਅੰਦਰ ਉਹਨਾਂ ਦੇ ਹਉਮੈ ਸੀ ਤੇ ਹਉਮੈ ਤੋਂ ਅਕਾਲ ਪੁਰਖ ਵਾਹਿਗੁਰੂ ਬਹੁਤ ਦੂਰ ਰਹਿੰਦੇ ਹਨ। ਮਨ ਦਾ ਹੱਥ ਕਰਕੇ ਕੋਈ ਵੀ ਮੇਰੇ ਵਾਹਿਗੁਰੂ ਜੀ ਨੂੰ ਨਹੀਂ ਮਿਲਿਆ। ਕਹੋ ਨਾਨਕ ਕਿਰਪਾ ਭਈ। ਹਜ਼ੂਰ ਫਰਮਾਉਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾਲਤਾ ਵੱਡੀ ਹੈ, ਕਿਰਪਾ ਉਹਦੀ ਸਭ ਤੋਂ ਵੱਡੀ ਹੈ। ਤਾਈਓ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਫਰਮਾਇਆ ਹੈ, ਜਨ ਨਾਨਕ ਕਉ ਕਿਰਪਾ ਭਈ, ਹਰ ਕੀ ਕਿਰਪਾ ਭਈ, ਜਗਦੀਸ਼ਵਰ ਕਿਰਪਾ ਭਈ, ਮੈਂ ਅਨ ਦਿਨੋਂ ਸਦ ਸਦ ਸਦਾ ਹਰ ਜਪਿਆ ਹਰ ਨਾਮ। ਸਾਰੰਗ ਮਹੱਲਾ ਚੌਥਾ ਪੜਤਾਲ। ਕਿਰਪਾ ਹੋਈ, ਕਹੋ ਨਾਨਕ ਕਿਰਪਾ ਭਈ। ਸਤਿਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਵਾਹਿਗੁਰੂ ਸਰੂਪ ਗੁਰੂ ਰਾਮਦਾਸ ਜੀ ਦੀ ਸਾਡੇ ਤੇ ਕਿਰਪਾਲਤਾ ਹੋਈ ਹੈ। ਤੇ ਜਿਸ ਤੇ ਵੀ ਉਹਦੀ ਕਿਰਪਾਲਤਾ ਹੋਈ ਹੈ, ਭਗਤ ਗਿਆਨੀ ਸੋਏ। ਗਿਆਨੀ ਹੈ ਕਿ ਗਿਆਨੀ? ਗਿਆਨੀ ਸੋਏ। ਹਾਂ, ਭਗਤ ਗਿਆਨੀ ਸੋਏ। ਉਹ ਹੀ ਭਗਤ ਹੈ, ਉਹ ਹੀ ਗਿਆਨੀ ਹੈ ਜਿਸ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾਲਤਾ ਹੋਈ ਹੈ। ਦੁਨੀਆ ਦੇ ਲੋਕ ਉਹ ਭਗਤ ਹੈ। ਐਵੇਂ ਕੋਈ ਆਪਣਾ ਨਾਮ ਭਗਤ ਰਖਵਾ ਲਵੇ। ਦਿੱਲੀ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਜਿਹੜਾ ਆਦਮੀ ਕਾਤਲ ਹੈ, ਉਹਦਾ ਨਾਮ ਪਿੱਛੇ ਭਗਤ, ਉਹਦਾ ਨਾਮ ਵੀ ਭਗਤ ਹੈ।
मगर वो भगत जिवें बगला भगत हुंदा है। कहो नानक किरपा पई भगत ज्ञानी सोए। गुरु अर्जन देव जी कथन करते हैं, जिस उपर अकाल पुरख वाहिगुरु जी की किरपालता हो गई वो भगत है, वो ज्ञानवान है। उस तो वड्डा होर कोई ज्ञानवान नहीं, उस तो वड्डा होर कोई भगत नहीं जिस पे अकाल पुरख वाहिगुरु की किरपालता हो जाए। हाँ जी पौड़ी हाँ जी गंगा ज्ञान नहीं मुख बातो। हाँ हजूर पौड़ी अंदर छंद के अंदर उसे विचार नूं फिर वार वार दोहराते विस्तार नाल समझाउंदे ने। गंगा ज्ञान नहीं मुख बातो। हजूर फरमांदे ने ज्ञान गंगे नाल है, गंगा ज्ञान नहीं मुख बातो। गंगे अखर द्वारा उपदेश है, मुख नाल ज्ञान दियां बातां गल्लां करनियां ही ब्रह्म ज्ञान दियां गल्लां नहीं हैं। मुख बातां मुख तो ज्ञान दियां बातां करनियां गल्लां करनियां असल विच ज्ञान नहीं है। असी लोग कितना ज्ञान घोटदे हां, कितना ज्ञान दा कथन करदे हां, पर अंदरों तां ज्ञान तो बिना खाली, अंदरों ज्ञान नहीं, ब्रह्म ज्ञान ता आवेगा जे हिरदे विच नाम वसेगा। और धार है जो अंतर नाम, सर्ब मैं पेखै भगवान। गौड़ी सुखमनी महला पंजवा। ता हजूर फरमाते ने मुख तो ज्ञान दियां बातां गल्लां बातां करनियां असल विच ब्रह्म ज्ञान नहीं है। हाँ जी अनक जुगत शास्त्र कर भातो। अनेक जुगत होर मिसाल देंदे ने, अनेकां जुगतियां करके दलीलां दे दे के रजनीश ते वांग दबा दलील गजब कर देना, कमाल कर देना। एक होर विद्वान पे ने कारपात्री जी, बहुत बड़े विद्वान सन संस्कृत दे। उन्हां दे कई विद्यार्थी कई चेले हिंदू समाज विच शंकराचार्य की पदवी ते भी पहुंचे ने। खास तौर ते द्वारका दा जेड़ा द्वारका पीठ दे आचार्य शंकराचार्य उन्हां दे विद्यार्थी हन। क्या लाखो बहुत बड़े विद्वान सन, नाल त्याग भी सी। पर वेद मुताबिक कर्मां की थ्योरी ते स्वामी गंगेश्वरानंद जी भी अपनी समय की बेमिसाल विद्वान शख्सियत सन। क्या लाखो बिल्कुल अपने समय की बड़ी वड्डी शख्सियत। और गुरु घर की विद्या उन्होंने वड्डे महापुरखों तो पंथ रतन संत ज्ञानी सुंदर सिंह जी खालसा पिंडरां वालियां तो पढ़ी सी, क्योंकि पिंड कौंके बिल्कुल नाल सी। उन्हां दा जन्म नगर भी पिंड कौंके। उदासी महात्मा सन। विद्वान एक कर पात्री जी ने चैलेंज कर दिता कुंभ ते हरद्वार भी कोई बहस कर लवे कर्मां ते। तां स्वामी गंगेश्वरानंद जी कहन लगे, मैं अपने गुरु नानक देव जी ते मान करके जरूर तुहाडे नाल गोष्ट करांगा। बड़ियां दलीलां कर पात्री जी ने दित्तियां भी कर्म नहीं बदलदे, कर्मां की थ्योरी नहीं बदलती। कर्म अवश्य मनुख नूं फल देंदे ने ते ओह फल भोगना पैंदा है। हजारां विद्वानां दी मौजूदगी विच लखां दे इकट्ठ विच बहस हो रही सी। कर्म नहीं बदलते। कर पात्री जी वेद दी दलील ते दलील दे ही जांदे सन। मगर अखीर ते स्वामी गंगेश्वरानंद जी ने कहा, धन गुरु हरगोबिंद साहब ने लेख ते कर्म बदल दिते। ताड़ियां वज गईयां, स्वामी जी की जित हो गई। क्या लखो एक गुरु नानक देव जी का घर है जिथे कर्म बदले जाते हैं। तो जिथे वाहिगुरु की कृपा होवे, वाहिगुरु की दयालता होवे, वाहिगुरु की कृपालता होवे, उथे ये सारियां चीजां आ जांदियां हन। हाँ अनेक जुगत अनेकां जुगतियां करके दलीलां जिवें रजनीश कर पात्री जी दलील ही दलील। क्या लाखो हुण तुसीं गुरु घरां विच जितनी भी कथा सुनोगे सब रजनीश की कथा सुनोगे, गुरु की कथा नहीं सुनोगे। क्या लाखो इहो हाल कीर्तन दा जिथे सुनोगे फिल्मी लता जी दा कीर्तन सुनोगे, लता जी दियां रीतां ते शब्द पढ़े जाते ने, टेपा सुन लवो जां होर कुछ सुन लवो। आ कीर्तन संगीत जो तुहानूं सुनने का सुभाग मिले घट मिलेगा। क्या लाखो
जिस भी विद्वान ਨੂੰ ਸੁਣੋਗੇ, ਜਿੱਥੇ ਵੀ ਸੁਣੋਗੇ, ਸਿਰਫ ਰਜਨੀਸ਼ ਸੁਣੋਗੇ ਤਾਂ ਲੱਖੋ। ਤੇ ਰਜਨੀਸ਼ ਦੀ ਕੀ ਵਿਚਾਰ ਥਿਊਰੀ ਸੀ ਉਹ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ। अर्ज कर रहे सा, हजूर कहते ने खाली दलील नाल ज्ञान नहीं, अनक जुगत अनेक युक्तियां करके शास्त्र कर पातो पातो तरह तरह शास्त्रां दियां वार वार अनेक प्रकार दियां तरह तरह दियां जुगतियां उक्तियां दलीलां दे दे के कोई ज्ञान दा कथन करे, शास्त्रां दा विख्यान करे, पर वो दुनिया दा शास्त्रां दा ज्ञान हो सकता है, ब्रह्म ज्ञान नहीं हो सकता। इसे लिए किसे खड़ शास्त्री नूं खड़ शास्त्री कहते ने, शास्त्री कह देंगे ने, ब्रह्म ज्ञानी तो नहीं कहते। ब्रह्म ज्ञानी तो नहीं किया जाता। तुहाडा दो शख्सियतां नाल संबंध है। तो हरिद्वार दे कुंभ दे मौके ते दोनों महान शख्सियतां तशरीफ ले गईयां। पंथ रतन संत ज्ञानी गुरबचन सिंह जी खालसा पिंडरां वाले ते दूसरे पासे संत बाबा ज्वाला सिंह जी हरखोवाल वाले। उथे चर्चा शुरू हो गई भी ब्रह्म ज्ञानी कौन है। तो पंथ रतन संत ज्ञानी गुरबचन सिंह जी खालसा जी ने अर्ज की थी, ये भी कोई गल लुकी छिपी है, बाबा जी ब्रह्म ज्ञानी ने हरखोवाल वाले। पर ये नम्रता हलेमी ते प्यार है। वो कहने लगे ठीक है तुसी मेरे संबंध विच कह रहे हो, पर मेरे तो कोई पूछे ते ब्रह्म ज्ञानी संत ज्ञानी गुरबचन सिंह है। क्या लखो जो शास्त्रां दीयां उक्तियां युक्तियां देण वाले ब्रह्म ज्ञानी नहीं सन। पर ये इत्थे सिर्फ इत्थों तक ये गल सीमित नहीं सी भी असीं उन्हां दे विद्यार्थी हां जां असीं उन्हां दे इलाके दे हां जां असीं उन्हां दा सत्कार करदे सां, हरखोवाल जांदे सां ते असीं उन्हां नूं कह के ब्रह्म ज्ञानी बना दिता। अपने समय दियां इन्हां शख्सियतां नूं दुनिया भर दे धार्मिक लोगां ने, हिंदुस्तान दे वख-वख धर्मां दे साधुआं ने ब्रह्म ज्ञानी कह के सिर झुकाया पिया। लखो तो ये है ब्रह्म ज्ञान जिहदा शास्त्रां दीयां युक्तियां नाल कोई तलक नहीं, संबंध नहीं। ये नाम दी कमाई नाल आउंदा है, सेवा ते सिमरन द्वारा प्राप्त हुंदा है। हाँ जी यानी सोए जाके दसो। सतगुरु श्री गुरु अर्जन देव जी महाराज फरमांदे ने, ज्ञानवान ओह है जिस दे हिरदे विच सो ओह अकाल पुरख वाहिगुरु ते अद ओदा नाम दृढ़ होवे। जिस दे हिरदे विच उस अकाल पुरख वाहिगुरु दा नाम, उस वाहिगुरु दा ध्यान दृढ़ होवे। दृढ़ हो जाना, परपक्व हो जाना। सिखी विच मर्यादा है। एक अल्लाह व्यक्ति नाम दाता ते नहीं ते ना नाम दे सकता है। जदों पंज प्यारियां तो असीं अमृत पान करते हैं, वो सानू नाम दृढ़ करांदे, नाम देंदे ने, नाम का उपदेश बख्शदे ने, आप जप के नाल सानू पिछों जपांदे सन। ते जदों नाम दृढ़ हो जाता है, दीवार में जेड़ी इट चिनी गई उन्होंने कढ़ना सौखा हुंदा है। इट टुट जाएगी पर निकलेगी नहीं चिनी हुई। जिन्हां दे हिरदे विच नाम दृढ़ हो गया, वो आरियां नाल चीरे तां गए पर नाम ना निकलिया। वो दो फाड़ तां हो गए, शरीर दे दो टुकड़े हो गए, पर जपजी दा दोनों हिस्सियां विचों उचारण हो रहा है। बंद बंद विचों वह नाम की धुनी निकल रही है। शरीर टुट जाएगा, शरीर की इट असीं कट सकते हाँ, तोड़ सकते हाँ, पर दीवार में चिनी हुई इट निकलेगी नहीं। इनू कहने ने दृढ़ करना। जब दृढ़ हो जाए फिर निकलता नहीं नाम, फिर विसरता नहीं। नाम का विसिमरन नहीं हुंदा, नाम भुलदा नहीं, क्योंकि श्वासां विच रच जांदा है, श्वासां विच समा जांदा है। तुसीं जागदे हो तां भी श्वास चलदे ने, अपना काम करी जाते हैं, गल्लां करी जाते हो तां भी चलता है। ये चली जाता है, चली जाता है। ये अवस्था अपने आप चली जाती है। या लाखो ये रात नूं सौ जाते हैं, श्वास रुकते ने। जिदन श्वास रुक गए सानू किने रखना है, कहना चलो ले चलो। या लाखो श्वास चलते ने, सुत्तियां भी जागदियां भी। ते जदों श्वासां विच नाम समा जाता है,
ਉਹ ਗਿਆਨਵਾਨ ਜਾਗਦਾ ਹੋਵੇ ਤਾਂ ਸਿਮਰਨ, ਜੇ ਆਰਾਮ ਕਰ ਰਿਹਾ ਹੈ ਤਾਂ ਵੀ ਸਿਮਰਨ। ਪਿਆਰ ਲੱਖੋ। ਬੜੇ ਛੋਟੇ ਛੋਟੇ ਹੁੰਦੇ ਸਾਂ, ਹੁਣ ਕਿਹੜੇ ਵੱਡੇ ਹੋ ਗਏ। ਇਹ ਤਾਂ ਸਭ ਉਹਨਾਂ ਦਾ ਪ੍ਰਤਾਪ ਹੈ। ਪਰ ਰਾਤ ਨੂੰ ਕਿਉਂਕਿ ਸਾਡੇ ਜਿਹੜੇ ਉਸਤਾਦ ਸਨ, ਟੀਚਰ ਸਨ, ਉਹ ਕਹਿੰਦੇ ਹੁੰਦੇ ਸਨ ਉਸਤਾਦਾਂ ਦੀ ਵੱਡਿਆਂ ਦੀ ਸੇਵਾ ਕਰੀਏ ਤਾਂ ਵਿਦਿਆ ਫਲ ਦਈਏ। ਇਸ ਲਈ ਸੇਵਾ ਰਾਤ ਨੂੰ ਜ਼ਰੂਰ ਚਰਨ ਦਬਾਉਣ ਵਾਸਤੇ ਜਾਣਾ। ਸਾਡੇ ਚਰਨ ਦਬਾਉਣ ਨਾਲ ਉਹਨਾਂ ਨੂੰ ਕੀ ਫਰਕ ਪੈਂਦਾ ਸੀ, ਪਰ ਅਸੀਂ ਹੁਕਮ ਮੰਨ ਕੇ ਚਲੇ ਜਾਂਦੇ ਸਾਂ। ਤੇ ਜਿਸ ਵੇਲੇ ਕਈ ਵਾਰੀ ਮਨ ਵਿੱਚ ਖਿਆਲ ਆਣਾ ਕਿ ਹੁਣ ਸੌਂ ਗਏ ਨੇ, ਹੁਣ ਚੁੱਪ ਕਰਕੇ ਚਲੀਏ, ਇਹ ਮਨ ਵਿੱਚ ਖਿਆਲ ਆਣਾ ਤੇ ਕਹਿਣਾ ਕੈ ਵੱਜ ਗਏ, ਇੰਝ ਹੀ ਬੋਲਦੇ ਸਨ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਇੰਝ ਹੀ ਕਹਿਣ ਕੈ ਵੱਜ ਗਏ। ਤੇ ਅਸੀਂ ਜਿਸ ਵੇਲੇ ਕਹਿਣ ਅੱਛਾ ਹੁਣ ਤੁਸੀਂ ਜਾਓ, ਪਿਆਰ ਲੱਖੋ। ਇਉਂ ਤੇ ਜੇ ਕਈ ਵਾਰੀ ਕਿਤੇ ਇਸ ਖਿਆਲ ਨਾਲ ਥੋੜੀ ਜਿਹੀ ਦੂਰ ਖਲੋ ਕੇ ਦੇਖਣਾ ਵੀ ਆਰਾਮ ਕਰ ਰਹੇ ਨੇ, ਤਾਂ ਇੰਜ ਸਵਾਸਾਂ ਵਿੱਚੋਂ ਸੁਣਾਈ ਦਿੰਦਾ ਸੀ ਜਿਵੇਂ ਨਾਮ ਦਾ ਉਚਾਰਨ ਹੋ ਰਿਹਾ। ਸਵਾਸ ਇਸੇ ਤਰਜ ਨਾਲ, ਇਸ ਹਿਸਾਬ ਨਾਲ ਚੱਲਦੇ ਸਨ ਜਿਵੇਂ ਨਾਮ ਦਾ ਸਿਮਰਨ ਹੋ ਰਿਹਾ ਹੋਵੇ। ਤਾਂ ਗਿਆਨੀ ਸੋਏ ਜਾਗ ਕੇ ਦ੍ਰਿੜ ਸੋਏ। ਗਿਆਨਵਾਨ ਉਹ ਹੈ ਜਿਸ ਦੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦ੍ਰਿੜ ਹੋਇਆ, ਪੱਕਾ ਵਸਿਆ ਹੋਇਆ ਹੈ ਜੀ। ਕਹਿਤ ਸੁਣਤ ਕਛ ਜੋਗ ਨ ਹੋ। ਬਾਕੀ ਹੈ ਪਿਆਰਿਓ, ਕੁਝ ਕਹਿਣਾ ਤੇ ਕੁਝ ਸੁਣ ਲੈਣਾ, ਇਹਦੇ ਨਾਲ ਤੇ ਉਸ ਮਾਲਕ ਨਾਲ ਜੁੜਨਾ ਤੇ ਯੋਗ ਨਹੀਂ ਨਾ ਹੁੰਦਾ। ਯੋਗ ਤੇ ਕਮਾਈ ਕਰਾਂਗੇ, ਸਾਧਨਾ ਕਰਾਂਗੇ, ਘਾਲਣਾ ਘਾਲਾਂਗੇ, ਉਹਦੇ ਨਾਲ ਜੁੜਾਂਗੇ ਤੇ ਯੋਗ ਵੀ ਕਮਾ ਸਕਾਂਗੇ। ਬਾਕੀ ਕੁਝ ਕਹਿਣ ਤੇ ਸੁਣਨ ਦੇ ਨਾਲ ਉਸ ਵਾਹਿਗੁਰੂ ਨਾਲ ਨਾ ਜੁੜਨਾ ਹੁੰਦਾ ਹੈ ਤੇ ਨਾ ਯੋਗ ਕਮਾਇਆ ਜਾਂਦਾ ਹੈ। ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ। ਹਾਂ, ਹਜ਼ੂਰ ਫਰਮਾਉਂਦੇ ਨੇ ਫਿਰ ਗਿਆਨਵਾਨ ਕੌਣ ਹੈ ਜੀ? ਗਿਆਨੀ ਸੋਏ ਆਗਿਆ ਦ੍ਰਿੜ ਜਾ ਕੇ। ਉਹ ਗਿਆਨਵਾਨ ਹੈ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਆਗਿਆ ਦ੍ਰਿੜ ਪੱਕੀ ਵਸੀ ਹੋਈ ਹੈ, ਜੋ ਵਾਹਿਗੁਰੂ ਦੀ ਆਗਿਆ ਮੰਨਦਾ ਹੈ, ਜੋ ਵਾਹਿਗੁਰੂ ਦੀ ਆਗਿਆ ਵਿੱਚ ਚੱਲਦਾ ਹੈ। ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। ਮਾਰੂ ਮਹੱਲਾ ਪੰਜਵਾ। ਆਗਿਆ ਦਾ ਪਾਲਣ ਜ਼ਰੂਰੀ ਹੈ। ਬਾਬਾ ਸ੍ਰੀ ਚੰਦ ਮਹਾਨ ਸਨ, ਸਾਧਨਾ ਵਿੱਚ ਕੋਈ ਕਮੀ ਨਹੀਂ ਸੀ। ਬਾਬਾ ਰਾਮ ਰਾਏ ਜੀ ਦੀ ਕਾਲਣਾ ਕੋਈ ਘੱਟ ਸੀ, ਪਰ ਆਗਿਆ ਨਾ ਮੰਨ ਸਕੇ, ਆਗਿਆ ਦਾ ਪਾਲਣ ਨਹੀਂ ਕਰ ਸਕੇ। ਇਸ ਵਾਸਤੇ ਫਰਮਾਉਂਦੇ ਨੇ ਗਿਆਨੀ ਸੋਏ ਜਾਗ ਆਗਿਆ ਦ੍ਰਿੜ ਜਾ ਕੇ। ਗਿਆਨਵਾਨ ਉਹ ਹੈ ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਪਰਪੱਕਤਾ ਨਾਲ ਵਸੀ ਹੋਈ ਹੈ, ਜੋ ਹਮੇਸ਼ਾ ਆਗਿਆ ਦਾ ਪਾਲਣ ਕਰਦਾ ਹੈ। ਆਗਿਆ ਦੇ ਆਗਿਆ ਵਿੱਚ ਆਪਣੇ ਜੀਵਨ ਨੂੰ ਢਾਲਦਾ ਹੈ। ਬੜੀ ਅੰਧੇਰੀ ਆਈ। ਹੁਣ ਦੇ ਤੁਸੀਂ ਕਦੇ ਬਠਿੰਡੇ ਦੇ ਇਲਾਕੇ ਵਿੱਚ ਜਾ ਕੇ ਦੇਖੋ, ਅੰਗੂਰ ਹੀ ਅੰਗੂਰ, ਫਲ ਹੀ ਸੰਗਤਰੇ ਹੀ ਸੰਗਤਰੇ, ਮਾਲ ਤੇ ਹੀ ਮਾਲ ਤੇ, ਜਾਂ ਲੱਖੋ। ਪਰ ਉਦੋਂ ਇਹ ਚੀਜ਼ਾਂ ਨਹੀਂ ਸਨ। ਤੇਜ ਅੰਧੇਰੀ ਆਈ ਪਹਿਲਾਂ ਬੜੀ, ਔਰ ਸਭ ਸਿੱਖ ਅੱਗੇ ਪਿੱਛੇ ਹੋ ਗਏ, ਪਹਿਰੇਦਾਰ ਵੀ ਅੱਗੇ ਪਿੱਛੇ ਹੋ ਗਏ, ਵੀ ਅੱਖਾਂ ਹੀ ਨਹੀਂ ਖੁੱਲਦੀਆਂ, ਮਿੱਟੀ ਪਈ ਜਾਂਦੀ ਏ, ਰੇਤਾ ਆ ਗਿਆ। ਤੇ ਕਦੇ ਕਦੇ ਜਦੋਂ ਸੁਹਾਵਾ ਸਾਹਿਬ ਜਾਣਾ, ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਵਿਸ਼ਤ ਬਚਨ ਕੀਤੇ ਹੋਏ ਨੇ, ਤੇ ਅਸੀਂ ਚਿੜਨਾ ਖਿੜਨਾ ਵੀ ਇੱਥੇ ਕਿਹਨੂੰ ਪ੍ਰਚਾਰ ਕਰਦੇ ਨੇ। ਮਤਲਬ ਸਾਡਾ ਇਹ ਹੁੰਦਾ ਸੀ ਵੀ ਨਾ ਦੁੱਧ ਮਿਲਦਾ ਹੈ, ਨਾ ਕੋਈ ਸਬਜ਼ੀ ਮਿਲਦੀ ਏ, ਕੋਈ ਚੱਜ ਨਾਲ ਪ੍ਰਸਾਦਾ ਵੀ ਨਹੀਂ ਮਿਲਦਾ। ਇੱਥੇ ਕਿਸ ਨੂੰ ਕਥਾ ਸੁਣਾਉਂਦੇ ਨੇ? ਵੱਡੇ ਪਹਿਲੇ ਵਿਦਿਆਰਥੀ ਹੁੰਦੇ ਸਨ, ਸਿੰਘ ਸਾਹਿਬ ਗਿਆਨੀ ਕਪੂਰ ਸਿੰਘ ਜੀ ਬਰਾੜ, ਤੇ ਉਹਨਾਂ ਨੇ ਕਹਿਣਾ ਭਲਾ ਇਹਨਾਂ ਨੂੰ ਕੌਣ ਕਹੇ, ਇਹ ਇੱਥੇ ਕਾਹਦਾ ਪ੍ਰਚਾਰ ਹੈ। ਇੱਕ ਵਾਰੀ ਯਾਤਰਾ ਹੋ ਗਈ, 2 ਵਾਰੀ ਯਾਤਰਾ ਹੋ ਗਈ, ਬਸ ਇੱਥੇ ਪਹਾੜਾਂ ਟਿੱਬਿਆਂ ਵਿੱਚ ਲਿਆ ਕੇ ਬਿਠਾ ਦਿੰਦੇ ਨੇ ਵੀ ਰੇਤ ਫੱਕੀ ਜਾਓ, ਅਸੀਂ ਖਿਜਣਾ ਤੇ ਚਿੜਨਾ। ਪਰ ਉਹਨਾਂ ਦੇ ਸਾਹਮਣੇ ਕੌਣ ਜਾ ਕੇ ਕਹੇ, ਕੌਣ ਜਾ ਕੇ ਸਮਝਾਵੇ ਵੀ ਇੰਜ ਨਹੀਂ ਕਰਨਾ ਚਾਹੀਦਾ। ਬੜੀ ਠੰਡ ਹੋਣੀ, ਉਹ ਕੱਚੇ ਤਾਲਾਬ ਵਿੱਚੋਂ ਇਸ਼ਨਾਨ ਕਰਕੇ ਆਉਣਾ, ਹੱਥ ਪੈਰ ਸੁੰਨ ਹੋ ਜਾਣੇ ਟਿਕਾਣੇ ਤੇ ਆਪਣੀ ਝੁੰਪੜੀਆਂ ਵਿੱਚ ਪਹੁੰਚਣ ਤੱਕ। ਉਦੋਂ ਬਹੁਤ ਅੰਧੇਰੀਆਂ ਆਉਂਦੀਆਂ ਸਨ।
ਜਦੋਂ ਬਹੁਤ ਅੰਧੇਰੀ ਆਈ ਪਹਿਰੇਦਾਰ ਵੀ ਸੱਜੇ ਖੱਬੇ ਹੋ ਗਏ ਵੀ ਅੱਖਾਂ ਹੀ ਨਹੀਂ ਖੁੱਲਦੀਆਂ, ਪਹਿਰਾ ਕੀ ਦੇਣਾ ਹੈ। ਤੇ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਕੌਣ ਹਾਜ਼ਰ ਹੈ। ਇਸ ਸਟੇਜ ਦਾ ਰਾਜਾ जिस के पास ठहरे हुए सन हाथ जोड़ के सन्मुख के कहने लगा जी तेरा डल्ला हाजिर है। हजूर कहने लगे। फिर हजूर कोई देर नहीं टिक गए, थोड़ी देर बाद फिर सरकार ने फरमाया तो है कोई हाजिर? जी हाजिर है, तेरा डल्ला हाजिर है। तीसरी बारी फिर फरमाया कि फिर डल्ले ने आख्या जी मैं हाजिर हूं, आप जी की सेवा में हाजिर हाँ। जिमें आ बच्चे नूं दुध ते नौकरानियां भी दे सकदियां ने, खाना नौकरानियां भी खवा सकदियां ने, पर मां नूं धीर दे आउंदा है। वो कहेगी नहीं मैं अपने पुत्र नूं आप दुध पिलाना है, मैं अपनी बेटी नूं आप सब कुछ खाना पिलाना है। क्या लखो आप देखभाल करदी है। इवें भावें सिख पहरे विच रहिंदे सन, फौज पहरे ते रहिंदी सी, पर डल्ला सरदार नूं धीर दिने सी भी मतां किते कोई घटना वापर जावे, मतां सरकार किसे नूं खरीद लवे, मसां किसे नूं खरीद लवे। बड़ी दिलचस्प घटना कह के आपां समाप्ति करदे हां। देश आजाद होया, हरिजन सिखां दीआं मंगां वास्ते उस वक्त दे आगू दीआं अखां बड़ी देर बाद खुलीआं। जदों वक्त निकल गया गुजर गया, फिर उन्होंने ख्याल आया सूर अखां खुलियां ते जिस वेले वो दिल्ली की तरफ आया तो एक वड्डे मिनिस्टर ने कहा भी एक अद्धा बंदा उन्हां विच अपना भी चाहिए। ते CID वालियां ने कहा जी कोई फिक्र ना करो असीं इंतजाम कर छड्डिया, उन्हां 21 विच भी साडे ही ने। लाखो जो सिख मंगा वास्ते आ रहे ने सत्याग्रह करने वास्ते, उन्हां दी गिणती की है, उन्हां 21 विच एक नूं छड्ड दिओ बाकी भी साडे ही ने। ध्यान रखो ये कोई तां असीं कौम नाल करदे रहे, इहो कोई तां असीं पंथ नाल कीता है, ओहदा बदला ही तां सानूं भुगतना पै रिहा है। ध्यान रखो तां बेनती कर रहे सां असीं जो विचार कर रहे सां किते सरकार इंज ना कर लवे, इसलिए डल्ला सरदार आप पहरे ते सारी रात जागते रहते। तां साहिब ने बड़ियां बख्शियां कीतियां। उदों हजूर ने फरमाया सी वे डलिया जे 7 बचन कह देंदा अज सारा कुछ होना सी, पर हुण होवेगा तू नहीं देखेगा। प्यार लखो आगे ज्ञानी सोए आज्ञा दृढ़ जाते। ज्ञानवान वो है जिसके हृदय विच वाहिगुरु की आज्ञा परपक्क है, जो वाहिगुरु की आज्ञा का पालन करता है। कोई बच्चा कितना सोना होवे, कोई बच्ची कितनी भी अच्छी होवे, कितनियां बच्चियां दी डिग्रियां होण, पर उस मां बाप तो पूछ के देखो जिसकी वो आज्ञा का पालन जवाब ही कोई होवेगा। अखां विच आंसू छलकणगे माता पिता दे, सब कुछ हुंदियां होयां भी वो कहणगे ठीक है डिग्रियां ने पढ़ाई कर लई, पर साडी तां गल मनदे नहीं, साडी तां गल सुणदे नहीं। प्यार लाखो इवें कोई गुरमुख है, कोई गुरसिख है, कोई ज्ञानी है, कोई ध्यानी है। असल विच वो ज्ञानवान है जिस दे हृदय विच गुरु की आज्ञा दृढ़ता नाल वसी होई है, जो परपक्ता नाल गुरु की आज्ञा का पालन करता है। जी ਉਸ ਨਸੀਤ ਸੰਸਰ सब जाके दिसते ताई उसन गर्मी शीत ठंड सुख ते दुख जिसते हृदय विच समसर समान है, इको जै ने दुख ते सुख सर्दी ते गर्मी मान अते अपमान वो ज्ञानवान है। ज्ञानी तत् गुरमुख विचारी हजूर फरमाते ने असल विच ब्रह्म ज्ञानी गुरमुख है जिसने तत् स्वरूप ब्रह्म अकाल पुरख वाहिगुरु दी विचार तो इलावा बाकी विचारां नूं अपने हृदय विच थां नहीं दिता। नानक जाको कृपा धारी सतगुरु गुरु अर्जन देव जी महाराज फरमाते ने ते ये अवस्था उस गुरमुख गुरसिख ज्ञानवान नूं प्राप्त हुंदी है जिसनूं अकाल पुरख वाहिगुरु ने कृपा धारी कीती है, जिसनूं कृपा करके जिस ते कृपा कीती है, जिसनूं कृपा कीती ते कृपा करके जिसनूं आज्ञा दा पालन नाम दी दृढ़ता बख्शिश कर दिती। असल विच वो ज्ञानवान है।
ਖਾਲੀ ਕਥਨੀ ਦੇ ਨਾਲ ਕੋਈ ਗਿਆਨਵਾਨ ਨਹੀਂ ਬਣਦਾ। ਆਈਏ ਅਸੀਂ ਸਾਰੇ ਸਤਿਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਆਪਣੇ ਦਰ ਘਰ ਦੀ ਟਹਿਲ ਸੇਵਾ ਬਖਸ਼ਣ, ਸਿਮਰਨ ਬਖਸ਼ਣ। ਅਸੀਂ ਬਾਣੀ ਪੜ੍ਹੀਏ, ਬਾਣੀ ਸੁਣੀਏ, ਬਾਣੀ ਦਾ ਵਿਚਾਰ ਕਰੀਏ ਤੇ ਜੋ ਗੁਰੂ ਕੀ ਆਗਿਆ ਹੈ ਉਸ ਗੁਰੂ ਦੀ ਆਗਿਆ ਦਾ ਪਾਲਨ ਕਰੀਏ। गुरु की आज्ञा की है सेवा करना, सिमरन करना, गुरु की बाणी पढ़नी, गुरु का अमृत पान करना, गुरु की सिੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਣਾ, ये गुरु की आज्ञा है। ਮੰਨਾਂਗੇ ਤਾਂ ਸਾਹਿਬ ਦੇ ਦਰ ਤੇ ਪ੍ਰਵਾਨ ਹੋ ਸਕਾਂਗੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਹੋਈਆਂ ਅਣਗਿਣਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਪ੍ਰਬੰਧ ਵੱਲੋਂ ਆਪ ਦੇ ਨੌਜਵਾਨ ਸੇਵਕਾਂ ਵੱਲੋਂ, ਬੱਚਿਆਂ ਵੱਲੋਂ ਸਲਾਹ ਯਤਨ ਤਾਂ ਬੜਾ ਅੱਛਾ ਹੈ, ਬੜਾ ਸੁਚੱਜਾ ਹੈ ਕਿ ਇਹਨਾਂ ਮੁਲਕਾਂ ਵਿੱਚ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ ਲਗਾਤਾਰ ਹੋ ਰਹੀ ਹੋਵੇ, ਸੁਣਨ ਦਾ ਮੌਕਾ ਮਿਲੇ। ਪਰ ਕਈ ਵਾਰੀ ਦਰਿਆ ਵਗਦਾ ਹੋਵੇ ਤੇ ਆਦਮੀ ਪਿਆਸੇ ਰਹਿ ਜਾਵੇ। ਇਹਦੇ ਵਿੱਚ ਵਗਣ ਵਾਲੇ ਦਰਿਆ ਦਾ ਕੋਈ ਕਸੂਰ ਨਹੀਂ ਹੁੰਦਾ, ਉਹ ਕੁਝ ਸਾਡੀ ਕਰਨੀ ਦਾ, ਸਾਡੇ ਕਰਮਾਂ ਦੀ ਕਮਜ਼ੋਰੀ ਹੈ। ਸਿਆਣੇ ਸਿਆਣੇ ਸੁਲਝੇ ਹੋਏ ਵਿਦਵਾਨ ਕੀਰਤਨੀਏ ਆਉਂਦੇ ਨੇ, ਸਾਨੂੰ ਕੀਰਤਨ ਸੁਣਨ ਦਾ ਸੁਭਾਗ ਵੀ ਮਿਲਦਾ ਹੈ। ਫਿਰ ਵੀ ਜੇ ਅਸੀਂ ਹਾਜ਼ਰ ਹੋ ਕੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਨਾ ਕੀਰਤਨ ਸੁਣਾਂਗੇ, ਨਾ ਗੁਰਬਾਣੀ ਦੀ ਕਥਾ ਸਰਵਨ ਕਰਾਂਗੇ, ਤਾਂ ਫਿਰ ਸਾਨੂੰ ਜੋ ਮਾਲਕ ਨੇ ਬਖਸ਼ਿਸ਼ ਕਰਨੀ ਹੈ ਉਹ ਨਹੀਂ ਪ੍ਰਾਪਤ ਹੋ ਸਕੇ। ਬੰਦ ਵੀ ਆਇਆ ਗੱਲ ਆਖੋ ਸ੍ਰੀ। ਇਸ ਵਾਸਤੇ ਆਪ ਵੀ ਪਹੁੰਚੋ, ਹੋਰਨਾਂ ਨੂੰ ਵੀ ਪ੍ਰੇਰਨਾ ਦਿਓ। ਮਹਾਨ ਕੀਰਤਨੀਏ ਬੰਦ ਦੇ ਮਹਾਨ ਸੰਗੀਤਕਾਰ ਤੁਹਾਨੂੰ ਸੁਣਨ ਦਾ ਮੌਕਾ ਮਿਲੇਗਾ। ਦਾਸ ਤੇ ਭਲਾ ਆਪ ਦਾ ਛੋਟਾ ਜਿਹਾ ਅਣਜਾਣ ਦਾਸਰਾ ਹੀ ਹੈ। तो आप सारे आओ, होरनां नूं भी नाल प्रेरणा दिओ। वाहिगुरू जी का खालसा, वाहिगुरू जी की फतेह।